स्टूडेंट्स गुड मॉर्निंग। आई एम हनीश बंसल, आई एम योर बिजनेस स्टडी लेक्चरर। तो स्टूडेंट्स आज का जो हमारा टॉपिक है जॉइंट स्टॉक कंपनी। तो जॉइंट स्टॉक कंपनी क्या होती है? तो स्टूडेंट जॉइंट स्टॉक कंपनी का मतलब समझिए। कहते हैं द कंपनी फॉर्म ऑफ ऑर्गेनाइजेशन is considered to be most suitable for organizing business activity on a large scale. It has advantages of attracting huge capital from the public. With adequate capital, it can employ trained and experienced managers to run the business activity efficiently. तो स्टूडेंट्स ध्यान से सुनिए, जॉइंट स्टॉक कंपनी होती क्या है? जॉइंट स्टॉक कंपनी वो होती है कि जो ऐसी ऑर्गेनाइजेशन जिसमें बहुत सारा कैपिटल लगता है, बहुत जिसका कंसर्न किसके साथ होता है? पब्लिक के साथ होता है। इसमें ट्रेंड और एक्सपीरियंस मैनेजर इसमें काम करते हैं, जो एफिशिएंटली काम करते हैं, उसे जॉइंट स्टॉक कंपनी बोलते हैं। आगे देखो स्टूडेंट्स, फीचर्स क्या है? फीचर देखो जॉइंट स्टॉक कंपनी के ਕਿਹੜੇ ਨੇ। and a separate legal existence. A company has a separate legal entity. A company can carry on business in its own name. It can buy and sell assets in its own name. It can enter into contract with outsider in its own name. The company and its member are separate in individual। देखो ध्यान ਨਾਲ ਇੱਥੇ ਸਿੰਪਲ ਜੀ ਗੱਲ 'ਚ ਲਿਖਿਆ ਹੋਇਆ ਹੈ ਕਿ ਸੈਪਰੇਟ ਲੀਗਲ ਐਂਟਿਟੀ ਕੀ ਹੁੰਦਾ, ਜਿਹਨੂੰ ਮੈਂ ਪਹਿਲਾਂ ਵੀ ਇਹਦੇ ਵਿੱਚ ਡਿਸਕਸ ਕੀਤਾ ਹੋਇਆ। ਜਿਹੜਾ ਸੈਪਰੇਟ ਲੀਗਲ ਐਂਟਿਟੀ ਹੁੰਦੀ ਆ, ਉਹਦੇ ਵਿੱਚ ਜਿਹੜਾ ਮੈਂਬਰ ਹੁੰਦਾ ਕੰਪਨੀ 'ਚ, ਜਿਹੜਾ ਮੈਂਬਰ ਕੰਮ ਕਰਨ ਵਾਲਾ, ਅਤੇ ਉਹ ਜਿਹੜਾ ਕੰਪਨੀ ਹੁੰਦੀ ਆ, ਉਹ ਦੋਨੋਂ ਕੀ ਹੁੰਦੇ ਨੇ? ਡਿਫਰੈਂਟ ਹੁੰਦੇ ਨੇ। ਠੀਕ ਹੈ, ਉਹਨਾਂ ਦਾ ਨਾਮ ਵੀ ਅਲੱਗ ਹੁੰਦਾ। ਉਹ ਜਦੋਂ ਪਰਚੇਸ ਅਤੇ ਸੇਲ ਕਰਦੇ ਨੇ ਤਾਂ ਵੀ ਉਹਨਾਂ ਦਾ ਨਾਮ ਅਲੱਗ ਹੁੰਦਾ। ਕੰਪਨੀ ਦੇ ਨਾਮ ਤੋਂ ਪਰਚੇਸ ਸੇਲ ਕੀਤਾ ਜਾਂਦਾ। ਕੰਟਰੈਕਟ ਕਰ ਸਕਦੀ ਹੈ ਕੰਪਨੀ ਆਪਦੇ ਨਾਮ ਤੋਂ। ਠੀਕ ਹੈ, ਇਹ ਸਾਰਾ ਇਹਦੇ ਵਿੱਚ ਆ ਜਾਂਦਾ। ਜਿਹੜੀ ਕੰਪਨੀ ਹੁੰਦੀ ਆ ਉਹ ਕੀ ਹੁੰਦੀ? ਇੱਕ ਆਰਟੀਫਿਸ਼ਲ ਹੁੰਦੀ ਹੈ। ਠੀਕ ਹੈ, ਇਹ ਮਤਲਬ ਨੈਚੁਰਲ ਨਹੀਂ ਹੁੰਦੀ, ਮਤਲਬ ਬਣਾਈ ਜਾਂਦੀ ਹੈ ਕੰਪਨੀ ਕਿਸੇ ਬੰਦੇ ਦੁਆਰਾ। ਠੀਕ ਹੈ, ਇਹ ਕੀ ਹੈ, ਆਪਣੇ ਆਪ ਕੋਈ ਚੱਲ ਫਿਰ ਨਹੀਂ ਸਕਦੀ, ਬਟ ਇਹਦੇ ਵਿੱਚ ਜਿਹੜੇ ਮੈਂਬਰ ਪਰਫੋਰਮ ਕਰਦੇ ਨੇ, ਇਹਦੇ ਬਿਹਾਫ 'ਤੇ ਕੰਮ ਕਰਦੇ ਨੇ, ਜਿਹਨੂੰ ਆਪਾਂ ਬੋਲਦੇ ਹਾਂ ਡਾਇਰੈਕਟਰ। ਠੀਕ ਹੈ, ਤਾਂ ਇਹ ਬਿਜ਼ਨਸ ਨੂੰ ਚਲਾਉਣ ਦੇ ਵਿੱਚ ਕੀ ਕਰਦੇ ਨੇ? ਹੈਲਪ ਕਰਦੇ ਨੇ। ਤਾਂ ਇਹ ਕੀ ਹੁੰਦੀ ਹੈ? ਆਰਟੀਫਿਸ਼ਲ ਹੁੰਦੀ ਹੈ। ਇਹਨਾਂ ਦਾ ਖੁਦ ਦਾ ਕੋਈ ਮਤਲਬ ਇਨਸਾਨ ਨਹੀਂ ਲੈ ਸਕਦੇ, ਜਾਂ ਕੋਈ ਉਹ ਨਹੀਂ ਹੁੰਦੀ। ਇਹ ਸਿਰਫ ਨਾ ਇਹਨਾਂ ਦੇ ਕੋਈ ਹੱਥ ਪੈਰ ਹੁੰਦੇ ਨੇ। ਇਹ ਸਿਰਫ ਜਿਹੜਾ ਇਹਦੇ ਅੰਦਰ ਕੰਮ ਕਰ ਰਹੇ ਨੇ ਮੈਂਬਰ ਜਾਂ ਡਾਇਰੈਕਟਰ, ਉਹ ਇਹਦੇ ਵਿੱਚ ਕੀ ਕਰਦੇ ਨੇ? ਕੰਪਨੀ ਦੇ ਬਿਹਾਫ 'ਤੇ ਕੰਮ ਕਰਦੇ ਨੇ। ਪਰ ਨਾਮ ਕਿਸ ਚੀਜ਼ ਦਾ ਚੱਲ ਰਿਹਾ ਹੁੰਦਾ? ਕੰਪਨੀ ਦਾ ਚੱਲ ਰਿਹਾ ਹੁੰਦਾ। ਆਈ ਹੋਪ ਸਾਰਿਆਂ ਨੂੰ ਇਹ ਪੁਆਇੰਟ ਕਲੀਅਰ ਹੋ ਗਿਆ ਹੋਣਾ। ਅਗਲੇ ਪੇਜ 'ਤੇ ਦੇਖੀਏ, ਰਜਿਸਟ੍ਰੇਸ਼ਨ। ਕਹਿੰਦੇ it is legally compulsory for a company to get itself registered under Company Act 1956। ਕਹਿੰਦੇ 1956 ਦੇ ਅਕੋਰਡਿੰਗ ਇਹਨਾਂ ਨੂੰ ਕੀ ਰਜਿਸਟ੍ਰੇਸ਼ਨ ਕਰਵਾਉਣੀ ਕੰਪਲਸਰੀ ਹੈ। ਅੱਜ ਕੱਲ੍ਹ ਤਾਂ ਕੰਪਨੀ ਐਕਟ 2013 ਵੀ ਬਣ ਗਿਆ, ਤਾਂ ਤੁਹਾਡੀ ਬੁੱਕ ਕਿਤਾਬਾਂ ਦੇ ਵਿੱਚ 1956 ਚੱਲ ਰਿਹਾ, ਤਾਂ ਉਹਦੇ ਅਕੋਰਡਿੰਗ ਰਜਿਸਟ੍ਰੇਸ਼ਨ ਕਰਵਾਉਣਾ ਜ਼ਰੂਰੀ ਹੈ। ਵਿਦਾਊਟ ਰਜਿਸਟ੍ਰੇਸ਼ਨ ਨੋ ਕੰਪਨੀ ਕੈਨ ਕਮ ਇਨਟੂ ਐਗਜ਼ਿਸਟੈਂਸ। ਹੁਣ ਇਹਦੇ ਵਿੱਚ ਕੰਪਨੀ ਦੇ ਵਿੱਚ ਆਪਾਂ ਨੂੰ ਇਹ ਪਤਾ ਲੱਗਿਆ ਕਿ ਆਪਾਂ ਨੂੰ ਜਿਹੜੀ ਕੰਪਨੀ ਆ, ਜੇ ਰਜਿਸਟਰ ਕਰਵਾਉਣੀ ਹੈ, ਕਿਹਦੇ ਅਕੋਰਡਿੰਗ ਕਰਾਉਣੀ ਹੈ? ਕੰਪਨੀ ਐਕਟ 1956 ਦੇ ਅਕੋਰਡਿੰਗ। ਠੀਕ ਹੈ, ਪਰਪੈਕਚੁਅਲ ਸੁਸੈਸ਼ਨ। ਐਂਡ the company has continuous existence independent of its member। ठीक है, company is created by law and only law can bring an end to its existence। The death, insolvency or incapacity of any member does not affect the existence of a company। A member may come and member may go, but company goes on his ever। The life of a company can come into an end through legal procedure of winding up। ਹੁਣ ਤੁਹਾਨੂੰ ਇਹ ਪਤਾ ਲੱਗਿਆ ਕਿ ਇਹਦੇ ਵਿੱਚ ਪਰਪੈਕਚੁਅਲ ਸੁਸੈਸ਼ਨ ਕਿਵੇਂ ਹੁੰਦਾ। ਪਰਪੈਕਚੁਅਲ ਸੁਸੈਸ਼ਨ ਦਾ ਮਤਲਬ ਹੁੰਦਾ ਕਿ ਕੰਪਨੀ ਹਮੇਸ਼ਾ ਚੱਲਦੀ ਰਹੇਗੀ। ਕਿਸੇ ਮੈਂਬਰ ਦੇ ਮਰਨ ਨਾਲ ਜਾਂ ਇੰਸੋਲਵੈਂਸੀ ਹੋਣ ਨਾਲ ਕੰਪਨੀ ਨੂੰ ਕੋਈ ਫਰਕ ਨਹੀਂ ਪੈਂਦਾ। ਕੰਪਨੀ ਦੀ ਐਗਜ਼ਿਸਟੈਂਸ ਹਮੇਸ਼ਾ ਰਹੇਗੀ। ਕੰਪਨੀ, ਕਿਉਂਕਿ ਕੰਪਨੀ ਦਾ ਨਾਮ ਇੰਡੀਪੈਂਡੈਂਟ ਹੁੰਦਾ, ਕੰਪਨੀ ਇੰਡੀਪੈਂਡੈਂਟਲੀ ਤੌਰ 'ਤੇ ਕੰਮ ਕਰਦੀ ਹੈ। ਇਹਦੇ ਵਿੱਚ ਜਦ ਤੱਕ ਉਹਨੂੰ ਲੀਗਲੀ ਤੌਰ 'ਤੇ ਮਤਲਬ ਬੰਦ ਨਹੀਂ ਕਰ ਦਿੱਤਾ ਜਾਂਦਾ, ਤਦ ਤੱਕ ਬੰਦ ਨਹੀਂ ਹੁੰਦੀ, ਤਾਂ ਉਦੋਂ ਤੱਕ ਤਾਂ ਇਹ ਚੱਲਦੀ ਰਹੇਗੀ। ਤਾਂ ਇਹ ਪੁਆਇੰਟ ਤੁਹਾਨੂੰ ਕਲੀਅਰ ਹੋ ਗਿਆ ਹੋਣਾ। ਅੱਗੇ ਦੇਖੋ, ਕਾਮਨ ਸੀਲ। being an artificial person, company cannot sign, therefore there is a need for common seal within its name
engraved on it. The activity of the company are carried through a group of people. Anyone acting on behalf of the company can use common seal in place of signature of the company to bind the company. Any document which does not bear the common seal of the company nor is not binding on the company. ਕਹਿੰਦੇ ਕਾਮਨ ਸੀਲ ਕੀ ਹੁੰਦੀ ਹੈ? ਆਪਾਂ ਇੱਕ ਮੋਹਰ ਨੂੰ ਕਹਿੰਦੇ ਹਾਂ, ਜਿਹੜੀ ਕੰਪਨੀ ਦੀਆਂ ਮੋਹਰਾਂ ਲੱਗਦੀਆਂ ਨੇਗੀਆਂ ਕੰਪਨੀ ਦੇ ਨਾਮ 'ਤੇ, ਉਹਦੇ ਵਿੱਚ ਕੀ ਹੁੰਦਾ, ਜਿੱਥੇ ਕੰਪਨੀ ਦੇ ਨਾਮ ਦੀ ਮੋਹਰ ਲੱਗਦੀ ਹੈ ਤਾਂ ਮੰਨਿਆ ਜਾਂਦਾ ਇਹ ਜਿਹੜਾ ਕੰਮ ਹੋ ਰਿਹਾ ਕੰਪਨੀ ਦੁਆਰਾ ਹੀ ਹੋ ਰਿਹਾ, ਕੰਪਨੀ ਦੇ ਹੀ ਸਿਗਨੇਚਰ ਮੰਨੇ ਜਾਂਦੇ ਨੇ। ਠੀਕ ਹੈ, ਕੰਪਨੀ ਦੇ ਨਾਮ 'ਤੇ ਹੀ ਕੰਮ ਹੋ ਰਿਹਾ, ਕੰਪਨੀ ਹੀ ਇਸ ਦੇ ਵਿੱਚ ਕੀ ਹੈ ਬਾਈਂਡ ਹੋਏਗੀ। ਕੋਈ ਵੀ ਕੰਟਰੈਕਟ ਹੈ ਕੰਪਨੀ ਹੀ ਇਸ ਦੇ ਵਿੱਚ ਕੀ ਹੈ ਜ਼ਿੰਮੇਦਾਰ ਰਹੇਗੀ। ਤਾਂ ਉਹ ਹੁੰਦੀ ਹੈ ਕਾਮਨ ਸੀਲ। ਇਹ ਸਿਗਨੇਚਰ ਦੀ ਤਰ੍ਹਾਂ ਹੁੰਦਾ, ਉਹਨੂੰ ਮੋਹਰ ਕਹਿ ਦਿੰਦੇ ਹਾਂ ਆਪਾਂ, ਜਿਸ ਦੇ ਵਿੱਚ ਕੰਪਨੀ ਆਪਣੇ ਨਾਮ ਦੀ ਮੋਹਰ ਲਗਾਉਂਦੀ ਹੈ, ਕਿਉਂਕਿ ਉਹਦੇ ਖੁਦ ਦੇ ਹੱਥ ਤਾਂ ਹੁੰਦੇ ਨਹੀਂ ਉਹ ਸਾਈਨ ਕਰ ਦੇਵੇ, ਤਾਂ ਮੈਂਬਰ ਸਾਈਨ ਕਰਦੇ ਨੇ। ਕੰਪਨੀ ਆਪਦੇ ਨਾਮ ਦੀ ਕੀ ਲਗਾਉਂਦੀ ਹੈ? ਕਾਮਨ ਸੀਲ ਲਗਾਉਂਦੀ ਹੈ। ਠੀਕ ਹੈ, ਅੱਗੇ ਦੇਖੋ ਸਾਰੇ ਸਟੂਡੈਂਟਸ, ਅੱਗੇ ਦੇਖੋ ਸਾਰੇ ਸਟੂਡੈਂਟਸ, ਕਾਮਨ ਸੀਲ ਹੋ ਗਿਆ ਟ੍ਰਾਂਸਫਰੇਬਿਲਿਟੀ ਆਫ ਸ਼ੇਅਰ। ਅੱਗੇ ਦੇਖੋ ਸਟੂਡੈਂਟਸ, ਟ੍ਰਾਂਸਫਰੇਬਿਲਿਟੀ ਆਫ ਸ਼ੇਅਰ। ਆਪਾਂ ਜੇਕਰ ਕੰਪਨੀ ਦੇ ਸ਼ੇਅਰ ਖਰੀਦਦੇ ਹਾਂ ਤਾਂ ਆਪਾਂ ਈਜ਼ੀਲੀ ਇੱਕ ਦੂਜੇ ਨੂੰ ਟ੍ਰਾਂਸਫਰ ਕਰ ਸਕਦੇ ਹਾਂ। ਮਤਲਬ ਆਪਾਂ ਜੇਕਰ ਪਾਰਟਨਰਸ਼ਿਪ ਦੀ ਗੱਲ ਕਰੀਏ ਜਾਂ ਕਿਸੇ ਹੋਰ ਬਿਜ਼ਨਸ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਆਪਾਂ ਆਪਣੇ ਸ਼ੇਅਰ ਟ੍ਰਾਂਸਫਰ ਨਹੀਂ ਕਰ ਸਕਦੇ। ਇਹਦੇ ਵਿੱਚ ਆਪਾਂ ਜੇਕਰ ਕਿਸੇ ਵੀ ਕੰਪਨੀ ਦੇ ਆਪਣਾ ਸ਼ੇਅਰ ਖਰੀਦਿਆ ਤਾਂ ਆਪਾਂ ਫਰੀਲੀ ਕਿਸੇ ਵੀ ਬੰਦੇ ਨੂੰ ਵੇਚ ਸਕਦੇ ਹਾਂ, ਖਰੀਦ ਸਕਦੇ ਹਾਂ। ਇਸ ਲਈ ਇਹ ਟ੍ਰਾਂਸਫਰਏਬਲ ਆਫ ਸ਼ੇਅਰ ਈਜ਼ੀ ਹੋ ਜਾਂਦਾ ਇਹਦੇ ਅੰਦਰ। ਅੱਗੇ ਆਉਂਦਾ ਸੈਪਰੇਸ਼ਨ ਆਫ ਓਨਰਸ਼ਿਪ ਐਂਡ ਕੰਟਰੋਲ। ਦ ਕੰਪਨੀ ਫਾਰਮ ਆਫ ਬਿਜ਼ਨਸ ਇਜ਼ ਓਨਡ ਬਾਏ ਦ ਸ਼ੇਅਰ ਹੋਲਡਰ। ਥੀਸ ਸ਼ੇਅਰ ਹੋਲਡਰ ਇਲੈਕਟ ਦੇਅਰ ਰਿਪਰੈਜ਼ੈਂਟੇਟਿਵ। ਅਤੇ ਹੁਣ ਤੁਹਾਨੂੰ ਪਤਾ ਲੱਗ ਗਿਆ ਕਿ ਇਸ ਚੀਜ਼ ਬਾਰੇ। ਹੁਣ ਆਹ ਸੈਪਰੇਸ਼ਨ ਆਫ ਓਨਰਸ਼ਿਪ ਐਂਡ ਕੰਟਰੋਲ ਦੇ ਵਿੱਚ ਸਿੰਪਲ ਜੀ ਗੱਲ ਹੈ ਕਿ ਇਹਦੇ ਵਿੱਚ ਕੀ ਹੁੰਦਾ, ਜਿਹੜਾ ਇੱਕ ਓਨਰ ਹੁੰਦਾ ਅਤੇ ਇੱਕ ਕੰਟਰੋਲ ਕਰਨਾ ਵਾਲਾ ਹੁੰਦਾ, ਉਹ ਕੀ ਹੁੰਦੇ ਨੇ, ਦੋਵੇਂ ਅਲੱਗ ਅਲੱਗ ਹੁੰਦੇ ਨੇ। ਮਤਲਬ ਕੰਪਨੀ ਦੇ ਜਿਹੜੇ ਸ਼ੇਅਰ ਹੋਲਡਰ ਹੁੰਦੇ ਨੇ ਉਹ ਮਾਲਿਕ ਹੁੰਦੇ ਨੇ। ਇਹਦੇ ਵਿੱਚ ਜੇ ਕੰਪਨੀ ਦੇ ਸ਼ੇਅਰ ਹੋਲਡਰ, ਜਿਵੇਂ ਮੰਨ ਲਓ ਮੈਂ ਇੱਕ ਸ਼ੇਅਰ ਖਰੀਦਿਆ ਕੰਪਨੀ ਦਾ, ਤਾਂ ਮੈਂ ਜੇਕਰ ਇਕੁਇਟੀ ਸ਼ੇਅਰ ਹੋਲਡਰ ਹਾਂ ਤਾਂ ਮੈਂ ਕੰਪਨੀ ਦਾ ਮਾਲਿਕ ਹੋ ਗਿਆ। ਅਤੇ ਜਿਹੜਾ ਕੰਪਨੀ ਦੇ ਅੰਦਰ ਕੰਮ ਕਰ ਰਿਹਾ, ਜਿਵੇਂ ਡਾਇਰੈਕਟਰ ਹੋ ਗਏ, ਇੰਪਲੋਈ ਹੋ ਰਹੇ ਨੇ, ਉਹ ਸਿਰਫ ਇੱਕ ਇੰਪਲੋਈ ਨੇਗੇ, ਉਹ ਮਾਲਿਕ ਨਹੀਂ ਹੈਗੇ। ਤਾਂ ਇਹ ਦੋਨੋਂ ਅਲੱਗ ਅਲੱਗ ਨੇਗੇ ਕੰਪਨੀ ਦੇ ਮੈਂਬਰ। ਬਸ ਇਹ 'ਤੇ ਵੀ ਕੰਪਨੀ 'ਚ ਇਹੀ ਹੁੰਦਾ ਕਿ ਜਿਹੜੇ ਕੰਮ ਕਰਦੇ ਨੇ ਕੰਪਨੀ 'ਚ ਡਾਇਰੈਕਟਰ ਜਾਂ ਕੰਪਨੀ ਦੇ ਵਿੱਚ ਜਿਹੜੇ ਵੀ ਇੰਪਲੋਈ ਹੁੰਦੇ ਨੇ, ਉਹ ਸਿਰਫ ਇੱਕ ਇੰਪਲੋਈ ਹੁੰਦੇ ਨੇ, ਪਰ ਐਕਚੁਅਲ 'ਚ ਕੰਪਨੀ ਦੇ ਮਾਲਿਕ ਹੁੰਦੇ ਨੇ ਸ਼ੇਅਰ ਹੋਲਡਰ। ਪਬਲਿਕ ਹੁੰਦੀ ਹੈ ਇਹਦੇ ਵਿੱਚ ਮਾਲਿਕ, ਉਹਨੂੰ ਬੋਲਦੇ ਨੇ ਇਕੁਇਟੀ ਸ਼ੇਅਰ ਹੋਲਡਰ। ਅੱਗੇ ਆਉਂਦਾ ਲਿਮਟਿਡ ਲਾਇਬਿਲਿਟੀ। ਲਿਮਟਿਡ ਲਾਇਬਿਲਿਟੀ ਕੀ ਹੁੰਦੀ ਹੈ? ਦ ਲਾਇਬਿਲਿਟੀ ਆਫ ਮੈਂਬਰ ਆਫ ਕੰਪਨੀ ਇਜ਼ ਲਿਮਟਿਡ ਟੂ ਦ ਐਕਸਟੈਂਟ ਆਫ ਦੇਅਰ ਸ਼ੇਅਰ ਕੈਪੀਟਲ contribution in the company. For example, if a person has purchased 1000 share of it value 10 each, then his liability is limited up to 10,000 only. ਹੁਣ ਮੈਨੇ ਆਪਾਂ ਪਿੱਛੇ ਪੜ੍ਹਿਆ ਸੀ ਜਿਹੜੀ ਬਾਕੀ ਕਈਆਂ ਦੀ ਲਾਇਬਿਲਿਟੀ ਅਨਲਿਮਟਿਡ ਹੁੰਦੀ ਹੈ, ਕਈਆਂ ਦੀ ਲਾਇਬਿਲਿਟੀ ਲਿਮਟਿਡ ਹੁੰਦੀ ਹੈ, ਪਰ ਇਹਦੇ ਵਿੱਚ ਜਿਹੜੀ ਕੰਪਨੀ ਦੇ ਮੈਂਬਰ ਹੁੰਦੇ ਆ, ਹੁਣ ਤੁਹਾਨੂੰ ਇਹਦੇ ਵਿੱਚ ਤੁਹਾਨੂੰ ਪਤਾ ਲੱਗ ਗਿਆ ਜਿਹੜੇ ਮੈਂਬਰ ਹੋਣਗੇ ਉਹ ਸ਼ੇਅਰ ਹੋਲਡਰ ਹੁੰਦੇ ਨੇ। ਅਗਰ ਮੈਂ ਕੰਪਨੀ ਦੇ ਵਿੱਚ 10,000 ਦੇ ਸ਼ੇਅਰ ਖਰੀਦਿਆ ਹੋਇਆ ਤਾਂ ਮੰਨ ਲਓ ਮੈਂ ਕੰਪਨੀ ਦਾ ਮਾਲਿਕ ਹਾਂ, ਤਾਂ ਮੇਰੀ ਜਿਹੜੀ ਦੇਣਦਾਰੀ ਵੀ ਹੋਏਗੀ, ਅਗਰ ਮੈਂ ਲਾਇਬਿਲਿਟੀ ਹੋਊਗੀ ਉਹ ਲਿਮਟਿਡ ਹੋਏਗੀ। ਉਹ ਮੈਂ ਸਿਰਫ 10,000 ਤੱਕ ਦੀ ਹੀ ਲਾਇਬਿਲਿਟੀ ਮੈਂ ਕੀ ਆ ਦੇਣਦਾਰ ਹਾਂ, ਜੇਕਰ ਮੇਰੇ ਕਰੈਕਟਰ ਨੂੰ ਪੈਸੇ ਇਹਦੇ ਵਿੱਚ ਦੇਣਦਾਰੀ ਬਣ ਵੀ ਜਾਵੇ ਤਾਂ। ਸਮਝ ਆਈ ਗੱਲ? 10,000 ਤੋਂ ਉੱਪਰ ਮੈਂ ਪੈਸੇ ਨਹੀਂ ਦੇ ਸਕਦਾ। ਤਾਂ ਇਸ ਦੇ ਵਿੱਚ ਇਹੀ ਹੈ ਕਿ ਇਹਨਾਂ ਦੀ ਜਿਹੜੀ ਲਾਇਬਿਲਿਟੀ ਹੁੰਦੀ ਹੈ, ਅਗਰ ਆਪਾਂ ਜਿੰਨਾ ਪੈਸਾ ਕੰਪਨੀ 'ਚ ਲਗਾਉਂਦੇ ਹਾਂ ਉਨੀ ਹੀ ਲਾਇਬਿਲਿਟੀ ਹੁੰਦੀ ਹੈ, ਉਸ ਤੋਂ ਇਲਾਵਾ ਪੈਸਾ ਕੋਈ ਵੀ ਲਾਇਬਿਲਿਟੀ ਨਹੀਂ ਹੁੰਦੀ। ਸਮਝ ਆਈ ਗੱਲ? ਅੱਗੇ ਆਉਂਦਾ ਮੈਰਿਟਸ ਐਡਵਾਂਟੇਜਸ ਆਫ ਜੁਆਇੰਟ ਸਟਾਕ ਕੰਪਨੀ ਐਂਡ ਦ ਲਿਮਟਿਡ ਲਾਇਬਿਲਿਟੀ। ਹੁਣ ਉਹੀ ਪੁਆਇੰਟ ਆ ਗਿਆ, ਲਿਮਟਿਡ ਲਾਇਬਿਲਿਟੀ ਕੀ ਹੈ? The liability of member of company is limited to the extent of their share capital contribution in the company. The limited liability attract many people to invest their money in the company form of business. As in case of loss, the creditor cannot have claim over the personal property of the member. Simple जी गल है, जिन्ना पैसा ਪਬਲਿਕ ਨੇ ਕੰਪਨੀ 'ਚ ਲਗਾਇਆ ਉਨੇ ਹੀ ਪੈਸੇ ਦੀ ਵੱਧ ਤੋਂ ਵੱਧ ਦੇਣਦਾਰੀ ਹੋ ਸਕਦੀ ਹੈ, ਉਸ ਤੋਂ ਬਾਅਦ ਉਹ ਪੈਸਾ ਨਹੀਂ ਦੇਣਦਾਰ ਹੋਏਗੀ। ਤਾਂ ਇਹਦੇ ਵਿੱਚ ਜਿਹੜੀ ਲਾਇਬਿਲਿਟੀ ਹੁੰਦੀ ਆ ਉਹ ਕੀ ਹੁੰਦੀ ਹੈ? ਲਿਮਟਿਡ ਹੁੰਦੀ ਆ। ਉਹ ਜਗ੍ਹਾ ਦੇਣਦਾਰੀ ਜ਼ਿਆਦਾ ਵੀ ਹੋਵੇ ਤਾਂ ਮੈਂਬਰਾਂ ਦੀ ਕੋਈ ਪਰਸਨਲ ਪ੍ਰੋਪਰਟੀ ਨਹੀਂ ਵੇਚੀ ਜਾਏਗੀ। ਤਾਂ ਪੁਆਇੰਟ ਤੁਹਾਨੂੰ ਕਲੀਅਰ ਹੋ ਗਿਆ ਹੋਣਾ।
ਅੱਗੇ ਦੇਖੋ ਟ੍ਰਾਂਸਫਰ ਆਫ ਇੰਟਰਸਟ। The share of company can be easily bought and sold in the market. If the owner of a share is in need of cash, he can easily sell the share and get cash. The easy transferability of share bring liquidity of investment. At any time, the share investment can be converted into cash, and the same amount can be used to buy the share of other company. ਕਹਿੰਦੇ ਇਹਦੇ ਵਿੱਚ ਜਿਹੜਾ ਇੰਟਰਸਟ ਆ ਆਪਾਂ ਸ਼ੇਅਰ ਟ੍ਰਾਂਸਫਰ ਕਰ ਸਕਦੇ ਹਾਂ ਕਿਸੇ ਵੀ ਬੰਦੇ ਨੂੰ। ਮਤਲਬ ਆਪਾਂ ਜੇ ਕਿਸੇ ਸ਼ੇਅਰ ਨੂੰ ਖਰੀਦ ਵੀ ਸਕਦੇ ਹਾਂ ਕਦੋਂ ਮਰਜ਼ੀ ਵੇਚ ਵੀ ਸਕਦੇ ਹਾਂ। ਇਹਦੇ ਵਿੱਚ ਆਪਾਂ ਇਹਨੂੰ ਜਿਹੜੇ ਸ਼ੇਅਰਾਂ ਨੂੰ ਆਪਾਂ ਈਜ਼ੀਲੀ ਕੈਸ਼ ਦੇ ਵਿੱਚ ਵੀ ਆਪਾਂ ਕਨਵਰਟ ਕਰ ਸਕਦੇ ਹਾਂ। ਸ਼ੇਅਰ ਨੂੰ ਵੇਚ ਕੇ ਕੈਸ਼ ਆਪਾਂ ਕਨਵਰਟ ਕਰਾ ਸਕਦੇ ਹਾਂ। ਠੀਕ ਹੈ, ਈਜ਼ੀਲੀ ਇਹ ਇੱਕ ਦੂਜੇ ਨੂੰ ਟ੍ਰਾਂਸਫਰ ਹੋ ਸਕਦੇ ਨੇਗੇ। ਠੀਕ ਹੈ, ਅਤੇ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ। ਠੀਕ ਹੈ, ਇਸ ਲਈ ਇਹਦੇ ਵਿੱਚ ਜਿਹੜਾ ਆਪਣਾ ਇੰਟਰਸਟ ਹੁੰਦਾ ਉਹਨੂੰ ਆਪਾਂ ਟ੍ਰਾਂਸਫਰ ਕਰਾ ਸਕਦੇ ਹਾਂ। ਅੱਗੇ ਆਉਂਦਾ ਪਰਪੈਕਚੁਅਲ ਐਗਜ਼ਿਸਟੈਂਸ। ਪਰਪੈਕਚੁਅਲ ਐਗਜ਼ਿਸਟੈਂਸ ਦੇ ਵਿੱਚ ਕੀ ਹੁੰਦਾ, ਕਹਿੰਦੇ ਕੰਪਨੀ ਦੇ ਮੈਂਬਰਾਂ ਤੋਂ ਇਹ ਅਲੱਗ ਹੁੰਦਾ। ਕੰਪਨੀ ਅਲੱਗ ਹੁੰਦੀ ਹੈ, ਮੈਂਬਰ ਅਲੱਗ ਹੁੰਦੇ ਆ। ਮੈਂਬਰਾਂ ਦੀ ਡੈਥ ਹੋਣ ਨਾਲ, ਇੰਸੋਲਵੈਂਸੀ ਹੋਣ ਨਾਲ ਕਿਸੇ ਕੰਪਨੀ ਨੂੰ ਕੋਈ ਇਫੈਕਟ ਨਹੀਂ ਪੈਂਦਾ। ਠੀਕ ਹੈ, ਕੰਪਨੀ ਹਮੇਸ਼ਾ ਲਗਾਤਾਰ ਚੱਲਦੀ ਰਹਿੰਦੀ ਹੈ। ਅੱਗੇ ਆਉਂਦਾ ਗਰੋਥ ਐਂਡ ਐਕਸਪੈਂਸ਼ਨ। growth and expansion ਦੇ ਵਿੱਚ ਕੀ ਆਉਂਦਾ, in company form of business there is more scope for growth and expansion. The company has large financial resource and their rate of profit is also high. They can easily use large amount of accrued or retained profit for expansion and growth. ਹੁਣ growth and expansion ਦੇ ਵਿੱਚ ਕੀ ਆਉਂਦਾ, ਕੰਪਨੀ ਜੇਕਰ ਕੰਪਨੀ ਦੇ ਵਿੱਚ ਕੀ ਹੁੰਦਾ ਬਾਰ ਪ੍ਰੋਫਿਟ ਹੋਈ ਜਾਂਦੇ ਨੇ, ਹਰ ਸਾਲ ਪ੍ਰੋਫਿਟ ਹੁੰਦੇ ਨੇ, ਤਾਂ ਆਪਣੀ ਕੰਪਨੀ ਕੀ ਆ ਆਸਾਨੀ ਨਾਲ ਆਪਣੇ ਬਿਜ਼ਨਸ ਨੂੰ ਵਧਾ ਸਕਦੀ ਹੈ, ਗਰੋ ਕਰ ਸਕਦੀ ਹੈ, ਆਪਣੇ ਪ੍ਰੋਫਿਟ ਨੂੰ ਰਿਟੇਨ ਕਰਕੇ ਰੱਖ ਸਕਦੀ ਹੈ। ਮਤਲਬ ਆਪਣੇ ਕੋਲ ਇਕੱਠਾ ਕਰਕੇ ਰੱਖ ਸਕਦੀ ਹੈ ਤਾਂ ਜੋ ਆਪਣਾ ਅੱਗੇ ਜਾ ਕੇ ਬਿਜ਼ਨਸ ਨੂੰ ਵਧਾਇਆ ਜਾ ਸਕੇ। ਮਤਲਬ ਟਾਈਮ ਟੂ ਟਾਈਮ ਜੇ ਕੰਪਨੀ ਕੋਲ ਪ੍ਰੋਫਿਟ ਹੁੰਦੇ ਰਹਿੰਦੇ ਨੇ ਤਾਂ ਆਪਣੀ ਕੰਪਨੀ ਕੀ ਕਰਦੀ ਹੈ, ਆਪਣੇ ਬਿਜ਼ਨਸ ਨੂੰ ਵਧਾ ਸਕਦੀ ਹੈ। ਅੱਗੇ ਆਉਂਦਾ ਐਫੀਸ਼ੀਐਂਟ ਮੈਨੇਜਮੈਂਟ। And the company form of business has a huge fund at its disposal. It can easily afford to hire professional expert to perform managerial and other activity of the organization. The expert and specialized people improve the efficiency and working of the company. ਕਹਿੰਦੇ ਜਿਹੜਾ ਮੈਨੇਜਮੈਂਟ ਜਿੰਨੀ ਜ਼ਿਆਦਾ ਕੀ ਹੁੰਦੇ ਨੇ ਐਫੀਸ਼ੀਐਂਟ ਹੋਊਗੀ ਕੰਪਨੀ ਉਨੀ ਜ਼ਿਆਦਾ ਕੰਮ ਕਰੂਗੀ। ਇਸ ਲਈ ਕੰਪਨੀ ਹਰ ਫੀਲਡ ਦੇ ਜਿਹੜੇ ਮੈਂਬਰ ਹੁੰਦੇ ਨੇ ਉਹਨਾਂ ਦੇ ਵਿੱਚ ਐਫੀਸ਼ੀਐਂਟ ਸਟਾਫ ਰੱਖਦੀ ਹੈ ਤਾਂ ਜੋ ਉਹ ਉਹਨਾਂ ਦੀ ਕੋਈ ਵੀ ਕੰਮ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ। ਕਹਿੰਦੇ ਇਹਦੇ ਵਿੱਚ ਹੁਣ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਕਿ ਐਫੀਸ਼ੀਐਂਟ ਮੈਨੇਜਮੈਂਟ ਹਰ ਫੀਲਡ ਦਾ ਐਕਸਪਰਟ ਹੁੰਦਾ ਤਾਂ ਉਹਨੂੰ ਪਤਾ ਹੁੰਦਾ ਕਿ ਇਸ ਦੇ ਵਿੱਚ ਕਿਸ ਤਰੀਕੇ ਨਾਲ ਕੰਮ ਕਰਾਉਣਾ, ਕਿਵੇਂ ਨਹੀਂ। ਕੰਪਨੀ ਐਕਸਪਰਟ ਨੂੰ ਅਫੋਰਡ ਵੀ ਕਰ ਸਕਦੀ ਹੈ ਕਿਉਂਕਿ ਉਹਨਾਂ ਕੋਲ ਪੈਸਾ ਹੁੰਦਾ, ਇਸ ਲਈ ਇਹਨਾਂ ਦਾ ਕੰਮ ਸਮੂਥਲੀ ਵਧੀਆ ਤਰੀਕੇ ਨਾਲ ਚੱਲਦਾ। ਲਾਰਜ ਅਮਾਊਂਟ ਆਫ ਕੈਪੀਟਲ। ਇਹਦੇ ਲਾਰਜ ਅਮਾਊਂਟ ਆਫ ਕੈਪੀਟਲ ਦੇ ਵਿੱਚ ਕੀ ਆਉਂਦਾ ਹੈ, ਕੰਪਨੀ ਦੇ ਵਿੱਚ ਬਹੁਤ ਜ਼ਿਆਦਾ ਪੈਸਾ ਇਕੱਠਾ ਕਰ ਲੈਂਦੀ ਹੈ। ਕਿਵੇਂ, ਕਿਉਂਕਿ ਇਹ ਪੈਸਾ ਕਿੱਥੋਂ ਇਕੱਠਾ ਕਰਦੀ ਹੈ, ਜਦ ਪਬਲਿਕ ਨੂੰ ਕਹਿੰਦੀ ਹੈ ਹਾਂਜੀ ਕੰਪਨੀ ਤੋਂ ਪੈਸਾ ਇਨਵੈਸਟ ਕਰੋ ਅਤੇ ਤੁਹਾਨੂੰ ਇੰਨਾ ਅਸੀਂ ਮਤਲਬ ਵਿਆਜ ਦਿਆ ਕਰਾਂਗੇ ਜਾਂ ਇੰਨਾ ਅਸੀਂ ਸਾਡੀ ਕੰਪਨੀ ਇੰਨਾ ਪ੍ਰੋਫਿਟ ਕਮਾਏਗੀ, ਤੁਹਾਨੂੰ ਹੋਰ ਬੈਨੀਫਿਟ ਹੋਏਗਾ। ਤਾਂ ਹੋਰ ਤਰੀਕਿਆਂ ਨਾਲ ਡਿਵੈਂਚਰਾਂ ਨਾਲ, ਅਦਰ ਸਿਕਿਉਰਟੀ ਨਾਲ ਵੀ ਪੈਸਾ ਇਕੱਠਾ ਕਰਦੀ ਹੈ। ਇਸ ਲਈ ਕੰਪਨੀ ਕੋਲ ਬਹੁਤ ਸਾਰਾ ਪੈਸਾ ਇਕੱਠਾ ਹੋ ਜਾਂਦਾ। ਅੱਗੇ ਆ ਜਾਓ ਸਟੂਡੈਂਟਸ ਕਿ ਡੀਮੈਰਿਟਸ ਕੀ ਨੇਗੇ। ਡੀਮੈਰਿਟਸ ਦੇ ਵਿੱਚ ਕੀ ਆਉਂਦਾ, ਕੰਪਲੈਕਸਿਟੀ ਇਨ ਫੋਰਮੇਸ਼ਨ। ਕਹਿੰਦੇ the formation of company involve a lengthy and complicated procedure. Many legal formality have to be completed. Any document have to prepared and submitted. Various permission have to be obtained. To perform these activity, experts are hired who charge high fees. Even registration fees have to be paid to the registration. ਇਹਦੇ ਕੰਪਲੈਕਸਿਟੀ ਇਨਫੋਰਮੇਸ਼ਨ। ਹੁਣ ਕਹਿੰਦੇ ਇਹਦੇ ਬਾਕੀ ਚੀਜ਼ਾਂ ਦੇ ਵਿੱਚ ਆਪਾਂ ਦੇਖਿਆ ਸੀਗਾ ਕਿ ਜਿਹੜਾ ਬਿਜ਼ਨਸ ਹੈ ਉਹ ਜਲਦੀ ਆਪਾਂ ਈਜ਼ੀ ਫੋਰਮ ਦੇ ਵਿੱਚ ਖੋਲ੍ਹ ਸਕਦੇ ਹਾਂ, ਪਰ ਜਿਹੜੀ ਕੰਪਨੀ ਨੂੰ ਖੋਲ੍ਹਣਾ ਬਹੁਤ ਜ਼ਿਆਦਾ ਲੈਂਦੀ ਪ੍ਰੋਸੈਸ ਹੈ। ਇਹਦੇ ਵਿੱਚ ਬਹੁਤ ਸਾਰੇ ਲੀਗਲ ਫੋਰਮੈਲਿਟੀਆਂ ਕਰਨੀਆਂ ਪੈਂਦੀਆਂ, ਬਹੁਤ ਸਾਰੇ ਡਾਕੂਮੈਂਟਸ ਤਿਆਰ ਕਰਨੇ ਪੈਂਦੇ ਨੇ, ਫਿਰ ਜਾ ਕੇ ਕਿਤੇ ਕੰਪਨੀ ਬਣਦੀ ਹੈ। ਲੈਕ ਆਫ ਸੀਕਰੇਸੀ। ਇਹਦੇ ਵਿੱਚ ਜਿਹੜੀ ਸੀਕਰੇਸੀ ਹੈ ਉਹ ਲੈਕ ਰਹਿੰਦੀ ਹੈ। ਕਿਵੇਂ,
ਇਹਦੇ ਵਿੱਚ ਕਿਉਂਕਿ ਸਾਰਾ ਲਿੰਕ ਪਬਲਿਕ ਨਾਲ ਹੁੰਦਾ ਤਾਂ ਪਬਲਿਕ ਨੂੰ ਆਪਾਂ ਆਪਣੀ ਇਨਫੋਰਮੇਸ਼ਨ ਪ੍ਰੋਵਾਈਡ ਕਰਨੀ ਹੁੰਦੀ ਹੈ, ਜਿਸ ਵਜ੍ਹਾ ਨਾਲ ਉਹਨਾਂ ਦੀ ਸੀਕਰੇਸੀ ਜ਼ਿਆਦਾਤਰ ਮੇਨਟੇਨ ਹੋ ਕੇ ਨਹੀਂ ਰਹਿ ਸਕਦੀ, ਜਿਸ ਵਜ੍ਹਾ ਨਾਲ ਇਹ ਸੀਕਰੇਸੀ ਕੀ ਹੋ ਜਾਂਦੀ ਹੈ, ਲੈਕ ਹੋ ਜਾਂਦੀ ਹੈ। ਤਾਂ ਤੁਹਾਨੂੰ ਇਹ ਵੀ ਪੁਆਇੰਟ ਕਲੀਅਰ ਹੋ ਗਿਆ ਹੋਣਾ। Impersonal work environment. Company is not managed by owner, but it is managed by a professional manager. These manager get salary for their services, so there is no direct relation between the effort and reward. The increase in company profit will not increase the income of manager, hence there is lack of motivation and incentive ਟੂ ਪਰਫੋਰਮ ਐਫੀਸ਼ੀਐਂਟਲੀ। ਕਹਿੰਦੇ ਇੰਪਰਸਨਲ ਵਰਕ ਇਨਵਾਇਰਮੈਂਟ ਹੁੰਦਾ ਕੰਪਨੀ, ਕਹਿੰਦੇ ਕੰਪਨੀ ਇਜ਼ ਨੋਟ ਮੈਨੇਜਡ ਬਾਏ ਓਨਰ, ਕੰਪਨੀ ਕਿਹਦੇ ਦੁਆਰਾ ਮੈਨੇਜ ਕੀਤੀ ਜਾਂਦੀ ਹੈ, ਬਟ ਇਟ ਇਜ਼ ਮੈਨੇਜ ਬਾਏ ਪ੍ਰੋਫੈਸ਼ਨਲ ਮੈਨੇਜਰ। ਕਹਿੰਦੇ ਹੁਣ ਇਹਨਾਂ ਨੇ ਇਹ ਸਿਰਫ ਸੈਲਰੀ ਲੈਂਦੇ ਨੇ, ਸਰਵਿਸਿਜ਼ ਲੈਂਦੇ ਨੇ, ਕੰਪਨੀ ਨੂੰ ਜੇਕਰ ਬਹੁਤ ਜ਼ਿਆਦਾ ਪ੍ਰੋਫਿਟ ਵੀ ਹੋ ਜਾਂਦਾ ਤਾਂ ਇਹਦਾ ਬੈਨੀਫਿਟ ਕੀ ਹੈ, ਮੈਂਬਰ ਨਹੀਂ ਉਠਾਉਂਦੇ, ਇਹਦਾ ਬੈਨੀਫਿਟ ਪਬਲਿਕ ਦੇ ਵਿੱਚ ਜਿਹੜੇ ਸ਼ੇਅਰ ਹੋਲਡਰ ਹੁੰਦੇ ਨੇ ਉਹ ਉਠਾਉਂਦੇ ਨੇਗੇ। ਠੀਕ ਹੈ, ਠੀਕ ਹੈ। ਇਹਨੂੰ ਮੈਨੇਜ ਕੌਣ ਕਰਦਾ, ਪ੍ਰੋਫੈਸ਼ਨਲ ਮੈਨੇਜਰ ਕਰਦੇ ਨੇਗੇ। ਠੀਕ ਹੈ, ਤਾਂ ਇਸ ਲਈ ਇਹਦੇ ਵਿੱਚ ਕੀ ਹੁੰਦੀ ਹੈ, ਜਿਹੜੀ ਐਫੀਸ਼ੀਐਂਸੀ ਹੁੰਦੀ ਹੈ ਉਹ ਕੀ ਹੈ, ਲੈਕ ਹੋ ਜਾਂਦੀ ਹੈ, ਮਤਲਬ ਮੋਟੀਵੇਸ਼ਨ ਲੈਕ ਹੋ ਜਾਂਦਾ, ਤਾਂ ਇਹਨਾਂ ਦਾ ਜਿਹੜਾ ਪਰਫੋਰਮੈਂਸ ਕੀ ਹੁੰਦਾ, ਡਾਊਨ ਚਲੀ ਜਾਂਦੀ ਆ, ਤਾਂ ਇਹ ਚੀਜ਼ਾਂ ਆ ਜਾਂਦੀਆਂ ਨੇ। ਤਾਂ ਮਤਲਬ ਇੰਪਰਸਨਲ ਵਰਕ ਇਨਵਾਇਰਮੈਂਟ ਹੋ ਜਾਂਦਾ, ਮਤਲਬ ਕਈ ਬੰਦੇ ਇਹ ਸੋਚਦੇ ਨੇ ਕਿ ਪ੍ਰੋਫਿਟ ਮੈਨੂੰ ਹੋ ਰਿਹਾ, ਬਟ ਉਹਨਾਂ ਨੂੰ ਕੋਈ ਇਹਦੇ ਵਿੱਚ ਜ਼ਿਆਦਾ ਬੈਨੀਫਿਟ ਨਹੀਂ ਦੇ ਰਹੇ ਹੈਗੇ। ਅੱਗੇ ਆਉਂਦਾ ਨੂਮੈਰੀਅਸ ਰੈਗੂਲੇਸ਼ਨ। The company form of business has to comply with various legal formality at different stages, and there is a penalty if the company fails to meet any of the formality. A company has to file return and annual reports with the registrar. This legal interference in day-to-day operation result in lack of secrecy, and a lot of time and money is spent. ਠੀਕ ਹੈ। ਨਿਊਮਰੀਅਸ ਰੈਗੂਲੇਸ਼ਨ, ਇਹਦੇ ਵਿੱਚ ਕੀ ਆਉਂਦਾ, ਬਹੁਤ ਸਾਰੀ ਲੀਗਲ ਫੋਰਮੈਲਿਟੀ ਕਰਨੀ ਪੈਂਦੀ ਹੈ ਹਰ ਸਟੇਜ 'ਤੇ ਲੀਗਲ ਫੋਰਮੈਲਿਟੀ ਕਰਨੀ ਪੈਂਦੀ ਹੈ, ਅਤੇ ਬਹੁਤ ਸਾਰੇ ਆਪਾਂ ਨੂੰ ਡਾਕੂਮੈਂਟਸ ਵੀ ਅਪਲਾਈ ਕਰਨੇ ਪੈਂਦੇ ਨੇ, ਬਹੁਤ ਸਾਰੇ ਖਰਚੇ ਵੀ ਹੁੰਦੇ ਨੇ, ਬਹੁਤ ਸਾਰਾ ਟਾਈਮ ਵੀ ਲੱਗ ਜਾਂਦੀ ਹੈ, ਅਤੇ ਸੀਕਰੇਸੀ ਵੀ ਲੈਕ ਹੋ ਜਾਂਦੀ ਹੈ, ਅਤੇ ਮਨੀ ਵੀ ਬਹੁਤ ਜ਼ਿਆਦਾ ਲੱਗ ਜਾਂਦੀ ਹੈ, ਜਿਸ ਨਾਲ ਕੀ ਹੁੰਦਾ, ਇਹਨਾਂ ਦੀ ਜਿਹੜੀ ਰੈਗੂਲੇਸ਼ਨ ਹੁੰਦੀ ਹੈ ਉਹ ਸਹੀ ਤਰੀਕੇ ਨਾਲ ਨਹੀਂ ਚੱਲ ਪਾਉਂਦੀ। ਠੀਕ ਹੈ, ਇਹਨਾਂ ਨੂੰ ਬਾਰ ਕੰਪਨੀ ਨੂੰ ਫਾਈਲ ਰਿਟਰਨ ਇਨਕਮ ਟੈਕਸ ਨੂੰ ਕਰਨੀ ਪੈਂਦੀ ਹੈ, ਐਨੂਅਲ ਰਿਪੋਰਟ ਕਰਨੀ ਪੈਂਦੀ ਹੈ, ਜਿਸ ਨਾਲ ਰੈਗੂਲੇਸ਼ਨ ਜਿਹੜੀ ਇਨਫੋਰਮੇਸ਼ਨ ਹੁੰਦੀ ਹੈ ਉਹ ਲੀਕ ਹੋ ਜਾਂਦੀ ਹੈ, ਜਿਸ ਨਾਲ ਕੀ ਹੁੰਦਾ, ਕੰਪਨੀ ਜ਼ਿਆਦਾ ਗਰੋ ਨਹੀਂ ਕਰ ਪਾਉਂਦੀ, ਜਿਸ ਵਜ੍ਹਾ ਨਾਲ ਇਹ ਨੁਕਸਾਨ ਹੁੰਦਾ ਕੰਪਨੀ ਨੂੰ। ਡਿਲੇ ਇਨ decision and the company organization, all important decisions are taken in the board meeting or after consulting various person, and once decisions are taken these have to be communicated to everyone, which is again in lengthy process as a large number of people are working in company at different levels, so taking and implementing decision in lengthy process in a company। and then another ਜਿਹੜਾ ਡਿਸੀਜ਼ਨ ਹੁੰਦਾ ਉਹ ਕੀ ਹੁੰਦਾ, ਡਿਲੇ ਹੁੰਦਾ। ਡਿਲੇ ਹੋਣ ਕਰਕੇ ਕੀ ਹੁੰਦਾ ਹੈ, ਕਿਉਂਕਿ ਇਹਦੇ ਵਿੱਚ ਬਹੁਤ ਸਾਰੇ ਮੈਂਬਰ ਕੰਮ ਕਰਦੇ ਹੁੰਦੇ ਨੇ, ਕਿਉਂਕਿ ਇਹਨਾਂ ਨੂੰ ਡਿਸੀਜ਼ਨ ਲੈਣ ਲਈ ਸਾਰੇ ਮੈਂਬਰਾਂ ਦੀ ਸਲਾਹ ਲੈਣੀ ਪੈਂਦੀ ਹੈ, ਸਾਰੇ ਮੈਂਬਰਾਂ ਦੀ ਸਹਿਮਤੀ ਚਾਹੀਦੀ ਹੁੰਦੀ ਹੈ, ਜਾਂ ਫਿਰ ਜਾ ਕੇ ਕਿਸੇ ਮੁੱਦੇ 'ਤੇ ਇਹ ਡਿਸੀਜ਼ਨ ਲੈ ਪਾਉਂਦੇ ਨੇ, ਜਿਹਦੇ ਨਾਲ ਇਹਨਾਂ ਦਾ ਪ੍ਰੋਸੈਸ ਕੀ ਹੋ ਜਾਂਦਾ, ਲੈਂਦੀ ਹੋ ਜਾਂਦਾ। ਅੱਗੇ ਆਉਂਦਾ ਓਲੀਗ੍ਰਾਫਿਕ ਮੈਨੇਜਮੈਂਟ। ਓਲੀਗ੍ਰਾਫਿਕ ਮੈਨੇਜਮੈਂਟ ਕੀ ਹੁੰਦਾ, although we say that there is a democratic setup in the company form of business, but this democratic setup exists only on paper. In real practice, company is in the hands and control of a few people. The director have complete control over the company. These people take all the decision keeping in mind their personal interest and benefiting ignoring the interest of shareholder and the company। ਅਤੇ ਇਹਦੇ ਵਿੱਚ ਓਲੀਗ੍ਰਾਫਿਕ ਮੈਨੇਜਮੈਂਟ ਹੁੰਦੀ ਹੈ। ਓਲੀਗ੍ਰਾਫਿਕ ਮੈਨੇਜਮੈਂਟ ਮਤਲਬ ਇਹ ਹੁੰਦਾ ਕਿ ਜਿਹੜਾ ਇਹਦਾ ਕੰਟਰੋਲ ਹੁੰਦਾ, ਜਿਹੜੀ ਇਹਦੀ ਪਾਵਰ ਹੁੰਦੀ ਆ ਉਹ ਬਹੁਤ ਹੀ ਘੱਟ ਲੋਕਾਂ ਦੇ ਹੱਥ 'ਚ ਹੁੰਦੀ ਹੈ। ਉਹ ਕੀ ਕਰਦੇ ਨੇ, ਆਪਣੇ ਪਰਸਨਲ ਇੰਟਰਸਟ ਬੈਨੀਫਿਟ ਵਾਸਤੇ ਕੀ ਕਰਦੇ ਨੇ, ਸ਼ੇਅਰ ਹੋਲਡਰਾਂ ਦਾ ਜਿਹੜਾ ਵੀ ਇੰਟਰਸਟ ਆ ਉਹਨੂੰ ਇਗਨੋਰ ਕਰ ਦਿੰਦੇ ਨੇ, ਜਿਹੜਾ ਵੀ ਆਪਦੇ ਇੰਟਰਸਟ ਲਈ ਉਹ ਕੀ ਕਰਦੇ ਨੇ, ਮਤਲਬ ਉਹਦੇ ਬਿਹਾਫ 'ਤੇ ਉਹ ਕੀ ਕਰਦੇ ਨੇ, ਕੰਮ ਕਰ ਲੈਂਦੇ ਨੇ, ਜਿਸ ਵਜ੍ਹਾ ਨਾਲ ਉਹ ਖੁਦ ਬੈਨੀਫਿਟ ਉਠਾ ਜਾਂਦੇ ਨੇ, ਸ਼ੇਅਰ ਹੋਲਡਰ ਦਾ ਇੰਟਰਸਟ ਉਹ ਨਹੀਂ ਸੋਚਦੇ।
ਜਿਸ ਦੇ ਵਿੱਚ ਸ਼ੇਅਰ ਹੋਲਡਰ ਦਾ ਇੰਟਰਸਟ ਨਹੀਂ ਸੋਚਦੇ, ਜਿਸ ਨਾਲ ਕੀ ਹੁੰਦਾ ਸ਼ੇਅਰ ਹੋਲਡਰਾਂ ਨੂੰ ਨੁਕਸਾਨ ਹੁੰਦਾ, ਆਪ ਖੁਦ ਫਾਇਦਾ ਉਠਾ ਜਾਂਦੇ ਨੇ। ਇਸ ਲਈ ਇਹ ਨਾਮ ਦੀ ਹੈ ਕਿ ਕਾਗਜ਼ੀ ਦੇ ਵਿੱਚ ਕੀ ਅਸੀਂ ਸ਼ੇਅਰ ਹੋਲਡਰ ਦੇ ਇੰਟਰਸਟ ਦੇ ਅਕੋਰਡਿੰਗ ਕੰਮ ਕਰਦੇ ਹਾਂ, ਬਟ ਐਕਚੁਅਲ ਦੇ ਵਿੱਚ ਕਿ ਡਾਇਰੈਕਟਰ ਹੀ ਖੁਦ ਆਪਦੇ ਬੈਨੀਫਿਟ ਲਈ ਕੰਮ ਕਰ ਰਹੇ ਹੁੰਦੇ ਨੇ, ਇਸ ਲਈ ਇਹ ਨੁਕਸਾਨ ਹੋ ਜਾਂਦਾ। ਕਨਫਲਿਕਟ ਇਨ ਇੰਟਰਸਟ, ਕਹਿੰਦੇ ਕੰਪਨੀ ਵੇਰੀਅਸ ਗਰੁੱਪ ਆਫ ਪੀਪਲ ਆਰ ਇਨਵੋਲਵ, ਇਹ ਤਾਂ ਬਹੁਤ ਸਾਰੇ ਪੀਪਲ ਇਨਵੋਲਵ ਹੁੰਦੇ ਨੇ ਸਰ, ਸ਼ੇਅਰ ਹੋਲਡਰ, ਡਿਵੈਂਚਰ, ਇੰਪਲੋਏ, ਡਾਇਰੈਕਟਰ। ਕਹਿੰਦੇ ਹਰੇਕ ਦਾ ਜਿਹੜਾ ਵਿਆਜ ਹੁੰਦਾ ਉਹ ਅਲੱਗ-ਅਲੱਗ ਹੁੰਦਾ। ਅਗਰ ਡਿਵੈਂਚਰ ਹੋਲਡਰ ਦਾ ਜਿਹੜਾ ਰੇਟ ਆਫ ਇੰਟਰਸਟ ਹੁੰਦਾ ਉਹ ਮਤਲਬ ਘੱਟ ਹੁੰਦਾ, ਅਗਰ ਸ਼ੇਅਰ ਹੋਲਡਰ ਦਾ ਜ਼ਿਆਦਾ ਹੋ ਜਾਏ ਤਾਂ ਵੀ ਉਹਦੇ ਵਿੱਚ ਕੀ ਹੈ ਕਿ ਉਹ ਕਨਫਲਿਕਟ ਦੀ ਭਾਵਨਾ ਪੈਦਾ ਹੋ ਜਾਂਦੀ ਹੈ। ਜੇਕਰ ਇੱਕ ਜਿਵੇਂ ਸ਼ੇਅਰ ਹੋਲਡਰ ਅੱਡ ਹੁੰਦੇ ਨੇ, ਡਿਵੈਂਚਰ ਹੋਲਡਰ ਅੱਡ ਹੁੰਦੇ ਆ, ਪੈਸਾ ਤਾਂ ਇਹਨਾਂ ਨੇ ਵੀ ਲਗਾਇਆ ਹੁੰਦਾ, ਇਹਨਾਂ ਨੇ ਵੀ ਲਗਾਇਆ ਹੁੰਦਾ। ਅਗਰ ਇਹਨਾਂ ਨੂੰ ਜ਼ਿਆਦਾ ਪੈਸਾ ਮਿਲ ਰਿਹਾ, ਇਹਨਾਂ ਨੂੰ ਘੱਟ ਮਿਲ ਰਿਹਾ ਤਾਂ ਵੀ ਕਨਫਲਿਕਟ ਦੀ ਭਾਵਨਾ ਆ ਜਾਂਦੀ ਹੈ। ਤਾਂ ਇਸ ਲਈ ਇਹ ਚੀਜ਼ਾਂ ਇਹਦੇ ਵਿੱਚ ਆ ਜਾਂਦੀਆਂ, ਇਸ ਵਜ੍ਹਾ ਨਾਲ ਇਹ ਡਿਸਐਡਵਾਂਟੇਜਸ ਦਾ ਕਾਰਨ ਬਣਦਾ। ਤਾਂ ਤੁਹਾਨੂੰ ਇਹ ਪੁਆਇੰਟ ਕਲੀਅਰ ਹੋ ਗਿਆ ਹੋਣਾ। ਅਤੇ ਬਾਕੀ ਆਪਾਂ ਗੱਲ ਕਰਾਂਗੇ। ਅਤੇ ਆਪਾਂ ਨੇ ਅੱਜ ਜੁਆਇੰਟ ਸਟਾਕ ਕੰਪਨੀ ਪੜ੍ਹ ਲਈ, ਠੀਕ ਹੈ, ਉਹਦੇ ਵਿੱਚ ਸਾਰੇ ਟੌਪਿਕਸ ਪੜ੍ਹ ਲਏ। ਅੱਗੇ ਆਪਾਂ ਕੱਲ੍ਹ ਨੂੰ ਕੰਟੀਨਿਊ ਕਰਾਂਗੇ। ਤਾਂ ਸਟੂਡੈਂਟਸ ਆਪਣਾ ਖਿਆਲ ਰੱਖੇ, ਸੁਰੱਖਿਅਤ ਰਹੇ, ਜੈ ਹਿੰਦ।